कि 13 महीने तो फैक्ट्री बंद आ। सरकार की कोई भी हाले तक जिम्मेवारी नहीं। जेडे बंदे के सरकार उत्ते पुलिस लगी हुई है जी 2 नंबर गेट ते, पुलिस की की ड्यूटी नहीं बनती भी असी बंदे देख के नगाइए बंदे किहड़े अंदर जा रहे किहड़े नहीं आ रहे है ना। हुण देखो बंदे उत्थे अंदर वड़ गए, बंदे अंदरों असी कड्ढे असी फड़िया उन्होंने, असी फड़ के पुलिस के सुपुर्द किए, पुलिस ने उहदे उत्ते कार्रवाई की। ते यही कार्रवाई असी कि समझते हैं भी दीप मल्होत्रे दे उस ग्रुप ऑफ कंपनीज ते। बट असी कोई भी नहीं चलन देना। असी सीएम साहब नूं कहने आ ਇਹ ਇੰਡਸਟਰੀ ਨੂੰ ਕਾਗਜ਼ਾਂ 'ਚ ਬੰਦ ਕਰੋ, ਗੱਲਾਂ ਬਾਤਾਂ ਰਾਹੀਂ ਬੰਦ ਨਾ ਕਰੋ, ਕਾਗਜ਼ਾਂ 'ਚ ਬੰਦ ਕਰੋ, ਸੀਲ ਕਰੋ ਇਹਨੂੰ ਇੰਡਸਟਰੀ। ਫਿਰੋਜ਼ਪੁਰ ਦੇ ਜੀਰਾ ਦੇ ਵਿੱਚ ਮਨਸੂਰਵਾਲ ਕਲਾਂ ਦੇ ਵਿੱਚ ਮਾਲਬਰੋ ਸ਼ਰਾਬ ਫੈਕਟਰੀ ਦੇ ਬਾਹਰ ਪਿਛਲੇ 1 ਸਾਲ ਤੋਂ ਜ਼ਿਆਦਾ ਸਮੇਂ ਤੋਂ ਧਰਨਾ ਲੱਗਾ ਹੋਇਆ ਹੈ। ਧਰਨਾਕਾਰੀਆਂ ਦੀ ਮੰਗ ਹੈਗੀ ਹੈ ਕਿ ਇਸ ਸ਼ਰਾਬ ਫੈਕਟਰੀ ਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਵੇ। ਉੱਥੇ ਹੀ ਭਗਵੰਤ ਮਾਨ ਸਰਕਾਰ ਦੇ ਵੱਲੋਂ ਵੀ ਜਿਹੜਾ ਇਸ ਨੂੰ ਬੰਦ ਕਰਨ ਦੇ ਲਈ ਆਪਣੇ ਸੋਸ਼ਲ ਮੀਡੀਆ ਤੋਂ ਐਲਾਨ ਕਰ ਦਿੱਤਾ ਗਿਆ ਸੀਗਾ, ਜਿਸ ਤੋਂ ਬਾਅਦ ਇਹ ਫੈਕਟਰੀ ਨੂੰ ਲਿਖਤੀ ਰੂਪ ਦੇ ਵਿੱਚ ਨਾ ਮਿਲਣ ਕਰਕੇ ਧਰਨਾ ਲਗਾਤਾਰ ਜਾਰੀ ਹੈ। ਉੱਥੇ ਹੀ ਜੇ ਗੱਲ ਕੀਤੀ ਜਾਵੇ ਪਰਸੋਂ ਦੇਰ ਸ਼ਾਮ ਨੂੰ ਜਿਹੜਾ 2 ਫੇਕ ਡਾਕੂਮੈਂਟ ਬਣਾ ਕੇ ਬੰਦੇ ਫੈਕਟਰੀ ਦੇ ਅੰਦਰ ਤੋਂ ਸੈਂਪਲ ਭਰਨ ਜਾ ਰਹੇ ਸਨ, ਤਾਂ ਜਿਸ ਨੂੰ ਇਹਨਾਂ ਪ੍ਰਦਰਸ਼ਨ ਕਰ ਰਹੇ ਸਾਂਝਾ ਮੋਰਚਾ ਦੇ ਮੈਂਬਰਾਂ ਦੇ ਵੱਲੋਂ ਉਹਨਾਂ ਨੂੰ ਫੜਿਆ ਗਿਆ ਤੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ। ਜ਼ਿਆਦਾ ਜਾਣਕਾਰੀ ਲੈ ਲੈਂਦੇ ਆ ਆਗੂਆਂ ਦੇ ਕੋਲੋਂ ਕਿ ਕੀ ਮਾਮਲਾ ਜਿਹੜਾ ਉਸ ਦਿਨ ਹੋਇਆ ਸੀਗਾ। ਬਾਈ ਜੀ ਕੀ ਜਿਹੜਾ ਉਸ ਦਿਨ ਬੰਦੇ ਆਏ, ਕਿੰਨੇ ਬੰਦੇ ਸੀਗੇ, ਕੀ ਉਹ ਸਾਰਾ ਜਿਹੜਾ ਮੈਟਰ ਹੋਇਆ ਤੇ ਉਹ ਕੀ ਕਰਨ ਵਾਸਤੇ ਅੰਦਰ ਜਿਹੜਾ ਉਹ ਜਾ ਰਹੇ ਹੈਗੇ ਸੀਗੇ ਜੀ? ਬਾਈ ਜੀ ਗੱਲ ਇਦਾਂ ਕਿ ਸਾਨੂੰ ਆਪਣੇ ਸੋਰਸਾਂ ਤੋਂ ਪਤਾ ਲੱਗਾ ਵੀ ਇੱਥੇ ਸੈਂਪਲ ਕਰਨ ਆਏ ਆ, ਵੀ ਬੰਦੇ 2 ਉਤਾਰ ਗਏ ਤੇ ਗੱਡੀ ਇੱਥੋਂ ਵਾਪਸ ਚਲੀ ਗਈ ਆ। ਜਦੋਂ ਹੀ ਸਾਨੂੰ ਫੌਰੀ ਤੌਰ ਤੇ ਅਸੀਂ ਪਹੁੰਚੇ ਤੇ ਅਸੀਂ ਜਦੋਂ ਗੱਡੀ ਇੱਥੇ ਵੇਖੀ, ਗੱਡੀ ਅਸੀਂ ਘੇਰ ਲਈ, ਗੱਡੀ ਦੇ ਵਿੱਚੋਂ ਅਸੀਂ ਜਦੋਂ ਵੇਖਿਆ ਤੇ ਸਾਨੂੰ ਇੱਕ ਫਾਈਲ ਮਿਲੀ ਜਿਹਦੇ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਪਰਮਿਸ਼ਨਾਂ ਸੀ ਤੇ ਇੱਕ ਲੈਬੋਰਟਰੀ ਹੈ ਜਿਹੜੀ ਕਿ ਬੰਗਲੌਰ ਦੀ ਲੈਬੋਰਟਰੀ, ਉਹਦੇ ਇੱਕ ਡਾਕੂਮੈਂਟ ਸੀਗਾ ਵੀ ਇਹ ਉੱਥੇ ਮਤਲਬ ਇੱਕ ਸੈਂਪਲ ਕਰਨ ਆਏ ਸੀਗੇ। ਜਦੋਂ ਅਸੀਂ ਉਹ ਬੰਦਿਆਂ ਨਾਲ ਗੱਲਬਾਤ ਕੀਤੀ, ਉਹ ਫੈਕਟਰੀ ਦੇ ਅੰਦਰ ਸੀਗੇ, ਅਸੀਂ ਸਿਕਿਉਰਿਟੀ ਨੂੰ ਕਿਹਾ ਵੀ ਤੁਸੀਂ ਇਹਨਾਂ ਨੂੰ ਬਾਹਰ ਕੱਢੋ। ਜਦੋਂ ਬਾਹਰ ਕੱਢ ਕੇ ਅਸੀਂ ਉਹਨਾਂ ਨੂੰ ਪੁੱਛਿਆ, ਪਹਿਲਾਂ ਤਾਂ ਕਹਿ ਰਹੇ ਸੀਗੇ ਵੀ ਅਸੀਂ ਬੈਂਕ ਵਾਲੇ ਆ, ਅਸੀਂ ਆਪਸ਼ਨ ਵਾਸਤੇ ਆਏ ਆ। ਜਦੋਂ ਅਸੀਂ ਉਹਨਾਂ ਨੂੰ ਫਿਰ ਪੁੱਛ ਪੜਤਾਲ ਕੀਤੀ ਤੇ ਉਹਨਾਂ ਨੂੰ ਪੁੱਛਿਆ ਅਸੀਂ ਤੇ ਉਹਨਾਂ ਦਾ ਇੱਕ ਲੈਪਟਾਪ ਦੇਖਿਆ, ਲੈਪਟਾਪ ਦੇ ਵਿੱਚ ਐਡੀਟਿੰਗ ਚੱਲ ਰਹੀ ਸੀ, ਉਹਨਾਂ ਦੇ ਆਈ ਕਾਰਡ ਬਣ ਰਹੇ ਸੀ, ਫੇਕ ਡਾਕੂਮੈਂਟ ਬਣ ਰਹੇ ਸੀ। ਸਾਨੂੰ ਪਤਾ ਲੱਗ ਗਿਆ ਵੀ ਇਹ ਫੇਕ ਬੰਦੇ ਆ। ਫਿਰ ਅਸੀਂ ਫੌਰੀ ਤੌਰ ਤੇ ਇਤਲਾਹ ਅਸੀਂ ਮਾਨਯੋਗ ਡੀਐਸਪੀ ਸਾਹਿਬ ਅਤੇ ਐਸਐਚਓ ਸਾਹਿਬ ਨੂੰ ਦਿੱਤੀ ਤੇ ਅਸੀਂ ਐਸਐਸਪੀ ਦੇ ਧਿਆਨ 'ਚ ਵੀ ਗੱਲ ਲਿਆਂਦੀ ਤੇ ਫਿਰ ਉੱਤੇ ਰਾਤ ਅਸੀਂ ਇੱਕ ਇਹਨਾਂ ਦੇ ਉੱਤੇ ਡੀਡੀਆਰ ਕਟਵਾਈ, ਪਰਚਾ ਕਰਵਾਇਆ ਤੇ ਇਹੀ ਗੱਲ ਆ ਜੀ। ਅਗਲੇ ਦਿਨ ਪਰਚਾ ਹੋ ਗਿਆ ਜੀ। ਕੀ ਇਹ ਜਿਹੜੇ ਜਾਲੀ ਬੰਦੇ ਬਣ ਕੇ ਆਏ ਸੀਗੇ ਉਹਨਾਂ ਦਾ ਅੰਦਰ ਜਾਣ ਦਾ ਕੀ ਮਕਸਦ ਹੈਗਾ ਸੀਗਾ ਕਿ ਅੰਦਰ ਜਾ ਕੇ ਉਹਨਾਂ ਨੇ ਕੀ ਜਿਹੜਾ ਕਰਨਾ ਹੈਗਾ ਸੀ? ਮਕਸਦ ਬਈ ਅਸੀਂ ਇਹੀ ਸਮਝਦੇ ਹਾਂ ਕਿ ਇਹ ਜਿਹੜੇ ਕਿ ਮਾਲਬਰੋ ਸ਼ਰਾਬ ਫੈਕਟਰੀ ਆ ਉਸ ਗਰੁੱਪ ਆਫ ਕੰਪਨੀਜ਼ ਆ, ਜਿਹੜੇ ਕਿ ਦੀਪ ਮਲਹੋਤਰਾ ਜਾਂ ਗੌਤਮ ਮਲਹੋਤਰਾ ਜਾਂ ਗੌਰਵ ਮਲਹੋਤਰਾ, ਇਹ ਇੱਕ ਹੁਣ ਜਾਲੀ ਕੰਮ ਕਰ ਰਹੇ, ਫੇਕ ਕੰਮ ਕਰ ਰਹੇ ਆ, ਕਿਉਂਕਿ ਫੇਕ ਡਾਕੂਮੈਂਟ ਤਿਆਰ ਕਰਕੇ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਲਾਉਣੇ ਸੀਗੇ। ਸਾਨੂੰ ਜਿੱਥੋਂ ਤੱਕ ਸਾਨੂੰ ਸਮਝ ਆ ਵੀ ਉੱਥੇ ਇਹਨਾਂ ਨੇ ਕਹਿਣਾ ਸੀਗਾ ਵੀ ਜਿਹੜੇ ਇਹ ਸੈਂਪਲ ਹੋਏ ਉਹਨਾਂ ਨੂੰ ਚੈਲੰਜ ਕਰਨਾ ਸੀਗਾ। ਅਸੀਂ ਇਹੀ ਸਮਝਦੇ ਹਾਂ। ਅਸੀਂ ਤਾਂ ਹੁਣ ਦੇਖੋ ਜੀ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਨਾਂ ਦੀ ਦੁਰਵਰਤੋਂ ਕੀਤੀ ਗਈ ਆ। ਹੁਣ ਸਵਾਲ ਇੱਕ ਬਣਦਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਇਸ ਫੈਕਟਰੀ ਦੇ ਉੱਤੇ, ਇੰਡਸਟਰੀ ਦੇ ਉੱਤੇ ਪਰਚਾ ਕਰਵਾਊ। ਇੱਕ ਚੀਜ਼ ਹੋਰ ਆ ਜੀ, ਆਪਣੇ ਸਕੂਟਰ ਮੋਟਰਸਾਈਕਲ ਗੱਡੀ ਦਾ ਆਪਾਂ ਚਲਾਨ ਪੋਲਿਊਸ਼ਨ ਨਾ ਹੋਵੇ ਤੇ ਨਾਲ 2250 ਦਾ ਚਲਾਨ ਹੋ ਜਾਂਦਾ। ਇਹ ਫੈਕਟਰੀ ਨੇ ਇੰਨੇ ਸਾਲਾਂ ਤੋਂ ਸਾਡੇ ਏਰੀਏ ਦੇ ਵਿੱਚ ਪੋਲਿਊਸ਼ਨ ਕਰ ਰਹੀ ਆ। 13 ਮਹੀਨਿਆਂ ਤੋਂ ਇਹ ਲੋਕਾਂ ਨੇ ਬੰਦ ਕੀਤੀ ਹੋਈ ਆ। ਹਲੇ ਤੱਕ ਇਹਨਾਂ ਦੇ ਉੱਤੇ ਕੋਈ ਪੋਲਿਊਸ਼ਨ ਦੀ ਕੰਪਲੇਂਟ ਹੈ ਨਹੀਂ, ਪੋਲਿਊਸ਼ਨ ਦਾ ਪਰਚਾ ਹੈ ਨਹੀਂਗਾ। ਤੇ ਅਸੀਂ ਤਾਂ ਇਹ ਕਰਦੇ ਇੱਕ ਘਿਨਾਉਣੀਆਂ ਸਾਜ਼ਿਸ਼ਾਂ ਕਰ ਰਹੇ ਆ। ਸੀਐਮ ਸਾਹਿਬ ਨੇ ਜਿਵੇਂ ਬਿਆਨ ਵੀ ਦਿੱਤਾ ਹੋਇਆ ਵੀ ਮੈਨੂੰ ਗਲੇ ਦੀ ਸਹੁੰ ਆਵੇ, ਫੈਕਟਰੀ ਬੰਦ ਆ। ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਜਿਹੜੇ ਹਿਸਾਬ ਨਾਲ ਇਹਨਾਂ ਨੇ ਇੱਕ ਘਿਨਾਉਣੀ ਹਰਕਤ ਕੀਤੀ ਆ, ਉਹਦੇ ਉੱਤੇ ਫੌਰੀ ਤੌਰ ਤੇ ਇਹਨਾਂ ਦੇ ਉੱਤੇ ਪਰਚਾ ਕੀਤਾ ਜਾਵੇ। ਇੱਕ ਇਹਨਾਂ ਦੇ ਉੱਤੇ ਦੀਪ ਮਲਹੋਤਰੇ ਦੇ ਉੱਤੇ, ਓਸਿਸ ਗਰੁੱਪ ਆਫ ਕੰਪਨੀਜ਼ ਦੇ ਉੱਤੇ, ਮਾਲਬਰੋ ਦੇ ਉੱਤੇ। ਸਾਨੂੰ ਪਤਾ ਲੱਗਾ ਵੀ ਇਹ ਨਵਾਂ ਪਲਾਟ ਹੈ ਜਿਹੜਾ ਇਹਨਾਂ ਦਾ ਵੀ ਜਿਹੜਾ 6-7 ਮਹੀਨੇ ਚੱਲਿਆ ਜਾਂ ਸਾਲ ਚੱਲਿਆ, ਉਹਨੂੰ ਫੇਰ ਇਹ ਦੁਬਾਰਾ ਰੀਕੰਟੀਨਿਊ ਕਰਨਾ ਚਲਾਉਣਾ ਚਾਹੁੰਦੇ ਆ। ਪਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਦੱਸਦੇ ਹਾਂ, ਇਹਨਾਂ ਨੂੰ, ਸਰਕਾਰ ਨੂੰ ਦੱਸਦੇ ਹਾਂ, ਮਲਹੋਤਰਿਆਂ ਨੂੰ ਦੱਸਦੇ ਹਾਂ ਵੀ ਛੋਟਾ ਕੋਈ ਵੀ ਪਲਾਂਟ ਇੱਥੇ ਜੀਰੇ ਦੇ ਵਿੱਚ ਚੱਲਣ ਨਹੀਂ ਦਿੱਤਾ ਜਾਊਗਾ। ਤੁਸੀਂ ਸਾਡੇ ਪਿੰਡਾਂ ਦਾ ਘਾਣ ਕੀਤਾ। ਘੱਟੋ ਘੱਟ ਸਾਡੇ ਪਿੰਡਾਂ ਨੂੰ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ 1000 ਕਰੋੜ ਰੁਪਏ ਦਾ ਇਹਨਾਂ ਨੂੰ ਮੁਆਵਜ਼ਾ ਦਿਵਾਇਆ ਜਾਵੇ ਤੇ ਇਹਨਾਂ ਤੋਂ 1000 ਕਰੋੜ ਰੁਪਇਆ ਵਸੂਲਿਆ ਜਾਵੇ। ਤੁਸੀਂ 20 ਕਰੋੜ ਰੁਪਈਆ ਲੋਕਾਂ ਦੇ ਟੈਕਸ ਦਾ ਪੈਸਾ, ਲੋਕਾਂ ਦਾ ਪੈਸਾ ਤੁਸੀਂ ਕੋਰਟ ਵਿੱਚ ਰੱਖ ਸਕਦੇ ਹੋ। ਤੁਸੀਂ ਕਹਿ ਸਕਦੇ ਹੋ ਵੀ ਹਾਂ ਮਲਹੋਤਰਿਆਂ ਦਾ ਲਾਸ ਹੋਇਆ ਵੀ ਉੱਥੇ 20 ਕਰੋੜ ਜਮ੍ਹਾਂ ਕਰਾ ਸਕਦੇ ਹੋ। ਸਾਡਾ ਬਿਜਲੀ ਚੋਰੀ ਦਾ ਪਰਚਾ ਹੋਇਆ ਜੀ, ਸਾਡੇ ਉੱਤੇ 1,48,000 ਰੁਪਈਆ ਸਾਨੂੰ ਫਾਈਨ ਪਾਇਆ ਇਹਨਾਂ ਨੇ। ਇੱਕ ਪਾਸੇ ਤਾਂ ਦੇਖੋ ਜੀ, ਅਸੀਂ ਪੰਜਾਬ ਦੇ ਲੋਕਾਂ ਨੇ ਬੜੇ ਚਾਵਾਂ ਨਾਲ, ਬੜੇ ਮਤਲਬ ਢੋਲਣ ਡੱਗਿਆਂ ਨਾਲ, ਨਗਾਰਿਆਂ ਨਾਲ, ਬੜੇ ਚਾਵਾਂ ਨਾਲ ਇਹ ਸਰਕਾਰ ਬਣਾਈ ਆ। 92 ਸੀਟਾਂ ਦਿੱਤੀਆਂ, ਅਸੀਂ ਬੜੀ ਖੁਸ਼ੀ ਮਨਾਈ, ਬੜੇ ਪਟਾਕੇ ਚਲਾਏ, ਬੜੇ ਮਤਲਬ ਖੁਸ਼ੀ ਮਨਾਈ ਸੀ।
ਅੱਜ ਉਹੀ ਉਸੇ ਸਰਕਾਰ ਦੇ ਅਸੀਂ ਧਰਨਾ ਲਾਇਆ ਹੈ। ਉਸੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ, ਤੁਸੀਂ ਸਾਡੀ ਚੁਣੀ ਹੋਈ ਸਰਕਾਰ ਹੋ, ਅਸੀਂ ਵੀ ਇਸ ਦੇਸ਼ ਦੇ ਇਸ ਪੰਜਾਬ ਦੇ ਵਸਿੰਦੇ ਆ, ਅਸੀਂ ਆਪਦਾ ਹੱਕ ਮੰਗ ਰਹੇ ਆ। ਜਿਹੜੀ ਕਿ ਮਾਲਬਰੋ ਸ਼ਰਾਬ ਫੈਕਟਰੀ ਆ, ਓਸਿਸ ਗਰੁੱਪ ਆਫ ਕੰਪਨੀਜ਼ ਆ, ਇਹਨਾਂ ਦੇ ਇਥੋਨਲ ਮੈਥੋਨਲ ਜਿੰਨੇ ਵੀ ਪਲਾਂਟ ਹੈ ਇਹਨਾਂ ਨੂੰ ਫੌਰੀ ਤੌਰ ਤੇ ਬੰਦ ਕਰੋ, ਇਹਨਾਂ ਦੇ ਉੱਤੇ ਬਣਦਾ ਪਰਚਾ ਕਰੋ ਤੇ ਸਾਨੂੰ ਲਿਖਤੀ ਰੂਪ ਦੇ ਵਿੱਚ ਇੰਡਸਟਰੀ ਦਾ ਦਿਓ ਵੀ ਸਾਨੂੰ ਲਿਖਤੀ ਰੂਪ ਦੇ ਵਿੱਚ ਇਹ ਬੰਦ ਕੀਤੀ ਜਾਵੇ। ਤੁਸੀਂ ਕਿੱਦਾਂ ਦੇਖਦੇ ਹੋ ਕਿ ਜਦੋਂ ਉਹਨਾਂ ਦੇ ਕੋਲੋਂ ਕਿਹੜੇ ਫੇਕ ਡਾਕੂਮੈਂਟ ਜਿਹੜੇ ਉਹਨਾਂ ਕੋਲੋਂ ਬਰਾਮਦ ਹੋਏ ਤੇ ਉਸ ਤੋਂ ਬਾਅਦ ਤੁਹਾਡੇ ਵੱਲੋਂ ਜਿਹੜੀ ਉਹਨਾਂ ਦੇ ਉੱਤੇ ਕੀ ਕਾਰਵਾਈ ਕੀਤੀ ਗਈ? ਸਰ ਦੇਖੋ ਜੀ, ਜਿਹੜੇ 2 ਪਰਸਨ ਆਏ ਸੀਗੇ ਉਹ ਇੱਕ ਦਿੱਲੀ ਦਾ ਸੀਗਾ ਜੀ, ਇੱਕ ਨੋਇਡਾ ਦਾ ਸੀਗਾ। ਉਹਨਾਂ ਕੋਲੇ ਹਿੰਦੁਸਤਾਨ ਐਨਾਲਾਈਜ਼ ਐਂਡ ਟੈਸਟਿੰਗ ਲੈਬੋਰਟਰੀ ਦੀ ਆਹ ਲੈਟਰ ਮਿਲੀ ਹੈ ਜੀ, ਠੀਕ ਹੈ। ਜਦੋਂ ਅਸੀਂ ਇਸ ਲੈਬੋਰਟਰੀ ਨੂੰ ਪੁਲਿਸ ਵਾਲਿਆਂ ਨੇ ਪੁੱਛਿਆ, ਵੈਰੀਫਿਕੇਸ਼ਨ ਰਾਹੀਂ ਉਹਨਾਂ ਨੂੰ ਪੁੱਛਿਆ ਜਾਂ ਲੈਬੋਰਟਰੀ, ਉਹ ਕਹਿੰਦੇ ਸਾਡੇ ਤਾਂ ਮੁਲਾਜ਼ਮ ਹੀ ਹੈ ਨਹੀਂ, ਇਹ ਤਾਂ ਕੰਮ ਹੀ ਨਹੀਂ ਕਰਦੇ, ਫੇਕ ਬੰਦੇ ਸੀਗੇ ਦੋਵੇਂ। ਫਿਰ ਆਹ ਦੇਖੋ ਜੀ, ਪੋਲਿਊਸ਼ਨ ਕੰਟਰੋਲ ਬੋਰਡ ਦੀ ਲੈਟਰ ਲਈ ਫਿਰਦੇ ਆ, ਇਹਦੇ ਤੇ ਸਾਈਨ এনवायरमेंटल ਇੰਜੀਨੀਅਰ ਦੇ ਆ। ਇਹਨਾਂ ਕੋਲ ਸਾਈਨ ਕਿਵੇਂ ਆ ਗਏ? এনवायरमेंटल ਇੰਜੀਨੀਅਰ ਦੀ ਲੈਟਰਾਂ, ਉਹ ਉਹਨਾਂ ਦੇ ਆਫਿਸ ਦੀਆਂ ਲੈਟਰਾਂ ਹੁੰਦੀਆਂ, ਇਹਨਾਂ ਕੋਲ ਕਿਵੇਂ ਆ ਗਏ? ਫਿਰ ਆਹ ਜਿਹੜਾ ਸਾਡੇ ਡਾਕੂਮੈਂਟਸ ਹੁੰਦੇ ਸੀਗੇ ਆ ਪੋਲਿਊਸ਼ਨ ਕੰਟਰੋਲ ਬੋਰਡ ਦੇ, ਇਹ ਚੱਕੀ ਫਿਰਦੇ ਆ ਜੀ, ਠੀਕ ਹੈ। ਇਹ ਸਾਰੇ ਜਿਹੜੇ ਡਾਕੂਮੈਂਟਸ ਆ ਇਹ ਦੋਨਾਂ ਬੰਦਿਆਂ ਕੋਲੇ ਪਾਏ ਗਏ। ਸਾਜ਼ਿਸ਼ ਕੀ ਸੀਗੀ? ਸਾਜ਼ਿਸ਼ ਇਹ ਸੀਗੀ ਕਿਸੇ ਹਿਸਾਬ ਨਾਲ ਇੱਥੋਂ ਪ੍ਰਾਈਵੇਟ ਤਰੀਕੇ ਨਾਲ ਸੈਂਪਲ ਲੈ ਕੇ ਸਾਡੇ ਸੈਂਪਲਾਂ ਨੂੰ ਕੋਰਟ 'ਚ ਇਹਨਾਂ ਨੇ ਚੈਲੰਜ ਕਰਨਾ ਸੀ, ਫੇਕ ਤਰੀਕੇ ਨਾਲ, ਕਿਉਂਕਿ ਸਾਡੀ ਤਰੀਕ 14 ਤਰੀਕ ਆ, ਹੋ ਸਕਦਾ ਉਹ ਅੱਗੇ ਪਿੱਛੇ ਹੋ ਜੇ ਕਿਸੇ ਹਿਸਾਬ ਨਾਲ। ਉਹ ਸਾਡੇ ਜਿਹੜੇ ਸੈਂਪਲ ਜਿਹੜੀਆਂ ਰਿਪੋਰਟਾਂ ਸੀ ਉਹਨਾਂ ਨੂੰ ਚੈਲੰਜ ਕਰਨਾ ਚਾਹੁੰਦੇ ਸੀ। ਹੁਣ ਇਹਨਾਂ ਨੂੰ ਇਹ ਗੱਲ ਤਾਂ ਪਤਾ ਨਹੀਂ, ਜਦੋਂ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਨੇ ਸੈਂਪਲ ਫੇਲ ਕਰਤੇ, ਸਟੇਟ ਪੋਲਿਊਸ਼ਨ ਕੰਟਰੋਲ ਬੋਰਡ ਨੇ ਇਸ ਇੰਡਸਟਰੀ ਦੇ ਸੈਂਪਲ ਫੇਲ ਕਰਤੇ, ਫਿਰ ਤੁਸੀਂ ਇਲੀਗਲ ਤਰੀਕੇ ਦੇ ਨਾਲ ਆਏ। ਨਾ ਤਾਂ ਉਹਨਾਂ ਨੇ ਕੋਈ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ, ਨਾ ਸਾਨੂੰ ਮੋਰਚੇ ਵਾਲਿਆਂ ਨੂੰ ਕਿਸੇ ਬੰਦੇ ਨੂੰ ਇਤਲਾਹ ਦਿੱਤੀ, ਆਪਦੀ ਮਰਜ਼ੀ ਨਾਲ ਹੀ ਅੰਦਰ ਵੜ ਜਾਂਦੇ ਆ, ਫੇਕ ਤਰੀਕੇ ਨਾਲ ਫੇਕ ਸੈਂਪਲਿੰਗ ਕਰ ਰਹੇ ਸੀ। ਤੇ ਉਸ ਦੌਰਾਨ ਸਾਡੇ ਇੱਥੋਂ ਕੁਝ ਵਰਕਰਾਂ ਨੇ ਉਹਨਾਂ ਨੂੰ ਫੜ ਲਿਆ, ਮੈਂ ਵੀ ਨਾਲ ਹੀ ਸੀਗਾ ਉਦੋਂ। ਫਿਰ ਅਸੀਂ ਉਹਨਾਂ ਨੂੰ ਜਦੋਂ ਪੁੱਛਿਆ ਇਹ ਸਾਰੀ ਵਾਰਦਾਤ ਤੇ ਕੀ ਗੱਲ ਆ, ਕਿੱਥੋਂ ਆਏ, ਉਹਨਾਂ ਨੇ ਕੱਲੀ ਗੱਲ ਬਿਆਨ ਕਰਤੀ ਜੀ। ਇੱਕ ਕਹਿੰਦਾ ਮੈਂ ਦਿੱਲੀ ਤੋਂ ਆਇਆ, ਇੱਕ ਕਹਿੰਦਾ ਜੀ ਨੋਇਡਾ ਤੋਂ ਆਇਆ, ਇੱਕ ਉਹਨਾਂ ਕੋਲ ਲੈਪਟਾਪ ਪਾਇਆ ਗਿਆ ਜਿਹਦੇ ਵਿੱਚ ਫੇਕ ਆਈਡੀਆਂ ਪਾਈਆਂ ਗਈਆਂ, ਫੇਕ ਹੋਰ ਡਾਕੂਮੈਂਟਸ ਪਾਏ ਗਏ। ਉਹਨਾਂ ਨੇ ਆਪ ਹੀ ਸਾਰਾ ਕੁਝ ਦੱਸਤਾ ਜੀ, ਸਾਰਾ ਕੁਝ ਫੇਕ ਆ। ਇੱਕ ਅਜੇ ਨਾਮ ਦਾ ਬੰਦਾ ਦਿੱਲੀ ਤੋਂ, ਉਹਨੇ ਸਾਨੂੰ ਭੇਜਿਆ, ਜਿਹੜਾ ਅਜੇ ਹੈਗਾ ਜੀ ਉਹ ਮਲਹੋਤਰੇ ਦਾ ਕੋਈ ਜਾਣਕਾਰ ਹੈ, ਤੇ ਉਹਨਾਂ ਨੇ ਭੇਜਿਆ ਜੀ। ਅਸੀਂ ਉਹਨੂੰ ਪੁੱਛਿਆ ਤੁਹਾਡਾ ਮਕਸਦ ਕੀ ਸੀ? ਕਿਸੇ ਹਿਸਾਬ ਨਾਲ ਇਥੋਂ ਸੈਂਪਲ ਭਰ ਕੇ ਫਿਰ ਅਸੀਂ ਇਹ ਸੈਂਪਲ ਪਾਸ ਕਰਵਾ ਲੈਣੇ ਸੀ ਆਪਦੀ ਲੈਬੋਰਟਰੀ ਤੋਂ ਗਲਤ ਤਰੀਕੇ ਨਾਲ। ਫਿਰ ਅਸੀਂ ਇਹ ਸੈਂਪਲ ਕੋਰਟ ਦੇ ਵਿੱਚ ਚੈਲੰਜ ਕਰਨਾ ਸੀ। ਇੱਕ ਲੈਟਰ ਹੈਗੀ ਇੱਥੇ ਲਿਖਿਆ ਜੀ, ਇਹਦੇ ਵਿੱਚ ਪੜੋ, ਇਹਦੇ ਵਿੱਚ ਮੈਂਸ਼ਨ ਕੀਤਾ ਹੋਇਆ 21 ਤਰੀਕ ਤੱਕ ਪਲੀਜ਼ ਰਿਕੁਐਸਟ ਟੂ ਸਬਮਿਟ ਦਾ ਫਾਈਨਲ ਰਿਪੋਰਟ ਬਿਫੋਰ 21। ਆਪਦੀ ਹੀ ਸੈਂਪਲਿੰਗ ਕਰੀ ਜਾਂਦੇ ਸੀ ਤਰੀਕੇ ਦੇ ਨਾਲ। ਦੇਖੋ ਕਿੰਨੇ ਗਲਤ ਤਰੀਕੇ ਨਾਲ ਇਹ ਮਾਲਬਰੋਸ ਨੈਸ਼ਨਲ ਪ੍ਰਾਈਵੇਟ ਲਿਮਟਿਡ ਇੰਡਸਟਰੀ ਵਾਲੇ ਚੱਲ ਰਹੇ ਆ, ਜਿਹੜਾ ਕਿ ਜਰਾਸਰ ਗਲਤ ਹੈ, ਨਹੀਂ ਕਰਨਾ ਚਾਹੀਦਾ ਇਹਨਾਂ ਨੂੰ। ਇਹ ਹਾਈ ਕੋਰਟ ਤੋਂ ਉੱਤੇ ਹੋ ਗਏ, ਇਹ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਫਿਰ ਮਲਹੋਤਰੇ ਉੱਤੇ ਹੋ ਗਏ। ਇਹ ਜਿਹੜੇ ਬੰਦੇ ਭੇਜ ਰਹੇ, ਸਾਰੀਆਂ ਹਰਕਤਾਂ ਦਾ ਜ਼ਿੰਮੇਵਾਰ ਤਾਂ ਇਹ ਆਪ ਹੀ ਹੈ ਨਾ, ਮਲਹੋਤਰਾ ਗਰੁੱਪ ਹੈ ਜਾਂ ਓਸਿਸ ਗਰੁੱਪ ਹੈ, ਇਹ ਜ਼ਿੰਮੇਵਾਰ ਹੈ। ਕੀ ਮੰਗ ਕੀ ਕਰਦੇ ਹੋ? ਕਿਉਂਕਿ 1 ਸਾਲ ਤੋਂ ਜ਼ਿਆਦਾ ਦਾ ਸਮਾਂ ਤੁਹਾਨੂੰ ਇੱਥੇ ਬੈਠਿਆਂ ਨੂੰ ਹੋ ਚੁੱਕਾ ਹੋਇਆ, ਫੈਕਟਰੀ ਬੰਦ ਕਿਉਂ ਨਹੀਂ ਹੋ ਰਹੀ? ਕਿੰਨਾ ਕਾਰਨਾਂ ਨੂੰ ਮੰਨਦੇ ਹੋ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਵੱਲੋਂ 2 ਵਾਰ ਬਿਆਨ ਦੇ ਦਿੱਤਾ ਗਿਆ ਕਿ ਇਹ ਫੈਕਟਰੀ ਨਹੀਂ ਚੱਲੇਗੀ, ਤਾਂ ਫਿਰ ਤੁਸੀਂ ਕੀ ਕਾਰਨ ਮੰਨਦੇ ਹੋ ਕਿ ਕਿਉਂ ਨਹੀਂ ਚੱਲ ਰਹੀ? ਸਰ ਮੈਂ ਤੁਹਾਨੂੰ ਦੱਸਾਂ ਜੀ, ਸੀਐਮ ਦੇ ਉੱਤੇ ਦਿੱਲੀ ਵਾਲਾ ਧੜਾ ਕਾਫੀ ਹਾਵੀ ਹੈ, ਠੀਕ ਹੈ। ਸੀਐਮ ਦੇ ਉੱਤੇ ਦਿੱਲੀ ਵਾਲਾ ਧੜਾ ਉਹ ਨਹੀਂ ਬੰਦ ਹੋਣ ਦੇ ਰਿਹਾ। ਮੇਨ ਪ੍ਰੋਬਲਮ ਇਹ ਆ, ਸਾਡੇ 49 ਬੰਦੇ ਜੇਲ੍ਹ ਗਏ ਆ ਜੀ, ਉਹਨਾਂ 'ਚ ਮੈਂ ਵੀ ਜਾ ਕੇ ਆਇਆ, ਉਹਨਾਂ ਦੇ ਪਰਚੇ ਸਟਿਲ ਪੈਂਡਿੰਗ ਆ। ਅਸੀਂ ਪ੍ਰਸ਼ਾਸਨ ਨੂੰ ਬਹੁਤ ਵਾਰੀ ਕਿਹਾ ਜੀ ਖਾਰਜ ਕਰ ਦਿਓ, ਖਾਰਜ ਹਜੇ ਵੀ ਖੜੇ ਆ। ਫਿਰ ਸਾਡੀਆਂ ਜਿਹੜੀਆਂ ਕੀ ਕਹਿੰਦੇ ਆਪਣੀਆਂ ਉਹ ਦੂਜਾ ਬਿਜਲੀ ਚੋਰੀ ਵਾਲਾ ਪਰਚਾ ਜੀ, ਉਹ ਹਜੇ ਖੜਾ। ਸਾਡੇ ਇੱਕ ਬੰਦੇ ਨੂੰ 1.5 ਤੋਂ ਪੌਣੇ 2 ਲੱਖ ਰੁਪਏ ਦਾ ਹਰਜਾਨਾ ਪਿਆ, ਉਹ ਹਜੇ ਖੜਾ। ਸਾਡਾ ਕੁਝ ਵੀ ਨਹੀਂ ਹਜੇ ਕੀਤਾ ਗਿਆ ਇਹਨਾਂ ਨੇ, ਉਵੇਂ ਖੜਾ ਸਾਰਾ। ਸਰਕਾਰ ਦੇ ਨਾਲ ਤੁਹਾਡੀ ਕੋਈ ਦੁਬਾਰਾ ਗੱਲਬਾਤ ਹੋਈ ਹੈ ਕਿ ਜਦੋਂ ਦਾ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਇਸ ਫੈਕਟਰੀ ਨੂੰ ਨਹੀਂ ਚੱਲਣ ਦਿੱਤਾ ਜਾਏਗਾ, ਕਿੱਥੇ ਕ ਜਿਹੜੀਆਂ ਗੱਲਾਂ ਰੁਕੀਆਂ ਹੋਈਆਂ ਨੇ, ਕਦੋਂ ਤੱਕ ਤੁਹਾਨੂੰ ਜਿਹੜੀ ਉਮੀਦ ਹੈਗੀ ਹੈ ਕਿ ਸਰਕਾਰ ਇਹਨੂੰ ਬੰਦ ਕਰ ਦੇਗੀ? ਸਰ ਸਰਕਾਰ ਨਾਲ ਗੱਲਬਾਤ ਦਾ ਇੱਕ ਡੈਡਲੌਕ ਲੱਗਾ ਹੋਇਆ। ਸੀਐਮ ਸਾਹਿਬ ਆ ਪਿੱਛੇ ਆਏ ਸੀਗੇ ਦਰਿਆਵੀ ਇਲਾਕੇ ਦੇ ਵਿੱਚ, ਉਦੋਂ ਗੱਲ ਦੀ ਸਹੁੰ ਖਾ ਕੇ ਗਏ ਜੀ ਇੰਡਸਟਰੀ ਨਹੀਂ ਚੱਲਦੀ। ਸੀਐਮ ਸਾਹਿਬ ਤੁਸੀਂ ਇੱਕ ਸੁਪਰੀਮ ਹੋ ਸਟੇਟ ਦੇ, ਤੁਹਾਨੂੰ ਗੱਲ ਦੀ ਸਹੁੰ ਖਾਣ ਦੀ ਕੀ ਲੋੜ ਆ? ਤੁਸੀਂ ਕਾਗਜ਼ੀ ਕਾਰਵਾਈ ਕਰੋ, ਤੁਸੀਂ ਕਾਗਜ਼ਾਂ ਦੇ ਵਿੱਚ ਉਹਨੂੰ ਬੰਦ ਕਰ ਦਿਓ, ਸੀਲਡ ਕਰ ਦਿਓ, ਬਲੈਕ ਲਿਸਟ ਕਰ ਦਿਓ। ਤੁਹਾਨੂੰ ਸਹੁੰ ਖਾਣ ਦੀ ਕੀ ਲੋੜ ਆ? ਸਹੁੰਆਂ ਥੋੜੀ ਕੰਮ ਕਰਦੀਆਂ ਹੁੰਦੀਆਂ, ਕੰਮ ਤਾਂ ਕਾਗਜ਼ਾਂ ਨੇ ਕਰਨਾ, ਕਿਸੇ ਹੋਰ ਚੀਜ਼ ਨੇ ਕੰਮ ਨਹੀਂ ਕਰਨਾ ਹੈਗਾ। ਸੀਐਮ ਨੂੰ ਚਾਹੀਦਾ ਇਹਨੂੰ ਸੀਲਡ ਕਰੇ, ਫਿਰ ਜਿਹੜਾ ਗੱਲਬਾਤ ਦਾ ਜਿਹੜਾ ਡੈਡਲੌਕ ਖੋਲਣ, ਸਾਨੂੰ ਪੁੱਛਣ ਵੀ ਤੁਸੀਂ ਕਿਉਂ ਬੈਠੇ ਹੋ। ਸਾਨੂੰ ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ, ਅੱਜ ਵੀ ਸਾਡੇ ਲੋਕ ਇੱਥੇ ਬੈਠੇ ਆ, ਇਸੇ ਦਰਦ ਕਰਕੇ ਬੈਠੇ ਆ ਵੀ ਕਿਸੇ ਵੀ ਤਰੀਕੇ ਨਾਲ ਇੰਡਸਟਰੀ ਚੱਲਣ ਨਹੀਂ ਦੇਣੀ। ਫਿਰ ਇਹ ਕੋਸ਼ਿਸ਼ਾਂ ਕਰ ਰਹੇ, ਇਹਨਾਂ ਦੇ ਵਕੀਲ ਪੂਰੀਆਂ ਕੋਸ਼ਿਸ਼ਾਂ ਕਰ ਲਿਆ ਅੰਦਰਲੇ ਖਾਤੇ ਕੋਰਟ ਦੇ ਵਿੱਚ ਇਥਨਲ ਦਾ ਪਲਾਂਟ ਚਲਾਇਆ ਜਾਵੇ।
ਫਿਰ ਕਦੇ ਮੈਸੇਜ ਭੇਜ ਦਿੰਦੇ ਆ ਜੀ ਇਥਨਲ ਦਾ ਪਲਾਂਟ ਚਲਾਵਾਂਗੇ, ਪੁਰਾਣੀ ਇੰਡਸਟਰੀ ਅਸੀਂ ਬੰਦ ਕਰ ਦਾਂਗੇ। ਯਾਨੀ ਕਿ ਹਜੇ ਵੀ ਮਲਹੋਤਰੇ ਪੂਰੀ ਕੋਸ਼ਿਸ਼ ਕਰ ਰਹੇ ਆ ਕਿਸੇ ਹਿਸਾਬ ਨਾਲ ਮਾਲਬਰੋਸ ਦਾ ਜਿਹੜਾ ਇਥਨਲ ਦਾ ਪਲਾਂਟ ਆ ਉਹਨੂੰ ਚਲਾਉਣ ਲਈ, ਬਟ ਅਸੀਂ ਚੱਲਣ ਨਹੀਂ ਦੇਣਾਗਾ। ਤੁਸੀਂ ਕੀ ਮੰਗ ਕੀ ਕਰਦੇ ਹੋ ਸਰਕਾਰ ਦੇ ਕੋਲੋਂ ਹੁਣ? ਅਸੀਂ ਸਰਕਾਰ ਕੋਲੇ ਮੰਗ ਕਰਦੇ ਆ ਇਹ ਇੰਡਸਟਰੀ ਅਸੀਂ ਜਾਂ ਇਥਨਲ ਪਲਾਂਟ ਜਿਹੜੇ ਵੀ ਪਲਾਂਟ ਹੈਗੇ, ਜਿੰਨੇ ਵੀ ਜਿਹੜੇ 3 ਯੂਨਿਟ ਸੀਗੇ, ਅਸੀਂ ਕੋਈ ਵੀ ਨਹੀਂ ਚੱਲਣ ਦੇਣੇ ਉਸ ਅਸਾਸਿਸ ਗਰੁੱਪ ਦੇ, ਅਸੀਂ ਕੋਈ ਵੀ ਨਹੀਂ ਚੱਲਣ ਦੇਣੇ। ਸਾਨੂੰ ਜਿੰਨਾ ਟਾਈਮ ਮਰਜ਼ੀ ਧਰਨੇ ਤੇ ਬੈਠਣਾ ਪੈ ਜੇ ਬੈਠੇ ਆ। ਸਾਲ ਤਾਂ ਅਸੀਂ ਹੰਢਾ ਲਿਆ, 6 ਮਹੀਨੇ ਹੋਰ ਬੈਠ ਜਾਾਂਗੇ, ਸਾਲ ਹੋਰ ਬੈਠ ਜਾਾਂਗੇ, ਕੋਈ ਚੱਕਰ ਨਹੀਂਗਾ, ਬਟ ਅਸੀਂ ਕੋਈ ਵੀ ਨਹੀਂ ਚੱਲਣ ਦੇਣਾ। ਅਸੀਂ ਸੀਐਮ ਸਾਹਿਬ ਨੂੰ ਕਹਿੰਦੇ ਆ ਇਹ ਇੰਡਸਟਰੀ ਨੂੰ ਕਾਗਜ਼ਾਂ 'ਚ ਬੰਦ ਕਰੋ, ਗੱਲਾਂ ਬਾਤਾਂ ਰਾਹੀਂ ਬੰਦ ਨਾ ਕਰੋ, ਕਾਗਜ਼ਾਂ 'ਚ ਬੰਦ ਕਰੋ, ਸੀਲ ਕਰੋ ਇਹਨੂੰ ਇੰਡਸਟਰੀ। ਪੰਜਾਬ ਸਰਕਾਰ ਆਪਦੀ ਲੈਟਰ ਤੇ ਬਲੈਕਲਿਸਟ ਕਰਦੇ ਇਹਨੂੰ, ਸੀਐਮ ਸਾਹਿਬ ਦੇ ਇੱਥੇ ਸਾਈਨ ਹੋਣ, ਸਟੈਂਪ ਲੱਗੀ ਹੋਵੇ। ਅਸੀਂ ਇਸ ਇੰਡਸਟਰੀ ਨੂੰ ਬਲੈਕਲਿਸਟ ਕਰਤਾ, ਬੰਦ ਕਰਤਾ, ਕਰਪਟ ਪਾਈ ਗਈ ਹੈ ਇੰਡਸਟਰੀ। ਜਿਹੜੀ 2010 ਦੀ ਵਿਧਾਨ ਸਭਾ ਦੀ ਕਮੇਟੀ ਬਣੀ ਸੀ ਉਹਦੇ ਵਿੱਚ ਵੀ ਬਲੈਕਲਿਸਟ ਹੋਈ ਸੀਗੀ ਇੰਡਸਟਰੀ, ਬਟ ਕਾਰਵਾਈ ਨਹੀਂ ਹੋਈਗੀ। ਉਸਦੇ ਬੇਸ ਤੇ ਕਾਰਵਾਈ ਕਰ ਦਿਓ ਜਾਂ ਕੁਛ ਮਰਜ਼ੀ ਕਰ ਦਿਓ, ਇਹਨੂੰ ਬੰਦ ਕਰੋ। ਦੇਖੋ ਇਸ ਇੰਡਸਟਰੀ ਨੇ ਸਾਡੇ ਇਲਾਕੇ ਦਾ ਅੰਡਰਗਰਾਉਂਡ ਵਾਟਰ ਟੋਟਲੀ ਪੋਲਿਊਟ ਕਰਤਾ। ਜਿਹੜੀ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਦੀ ਰਿਪੋਰਟ ਸੀ ਉਹਨੇ ਉਹ 'ਚ ਸਟੱਡੀ ਆਫ ਬਾਇਓ ਮੈਗਨੀਫਿਕੇਸ਼ਨ ਦੀ ਮੰਗ ਕੀਤੀ ਸੀਗੀ, ਬਟ ਇਹਨਾਂ ਨੇ ਕੁਝ ਵੀ ਨਹੀਂ ਹੋਇਆਗਾ। ਇਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਸਟੱਡੀ ਨਹੀਂ ਕੀਤੀ ਇੱਥੋਂ ਦੇ ਜਿਹੜੀਆਂ ਜ਼ਮੀਨਾਂ ਦੀ ਜਾਂ ਪਾਣੀ ਦੀ ਜਾਂ ਕੁੱਲ ਨੇਚਰ ਦੀ ਕੋਈ ਵੀ ਸਟੱਡੀ ਨਹੀਂ ਕੀਤੀ। ਕਿੰਨੇ % ਨੁਕਸਾਨ ਕਰਤਾ ਇਸ ਇੰਡਸਟਰੀ ਨੇ। ਪੋਲਿਊਸ਼ਨ ਕੰਟਰੋਲ ਬੋਰਡ ਨੇ 1% ਐਕਸ਼ਨ ਨਹੀਂ ਲਿਆਗਾ ਇਸ ਇੰਡਸਟਰੀ ਦੇ, ਉਹ ਹੱਕ ਨਹੀਂ ਬਣਦਾ। ਸੈਂਟਰ ਦੀਆਂ ਖਾਸ ਹਦਾਇਤਾਂ ਸੀਗੀਆਂ ਵੀ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਇਸ ਇੰਡਸਟਰੀ ਤੇ ਕੋਈ ਨਾ ਕੋਈ ਕਾਰਵਾਈ ਕਰੋ, ਬਟ ਕੁਝ ਵੀ ਨਹੀਂ ਕੀਤਾ। ਸਾਰੇ ਦਾ ਸਾਰੀ ਕਹਾਣੀ ਉਵੇਂ ਖੜੀ ਹੈ। ਤੇ ਜਿਹੜੇ ਬੰਦਿਆਂ ਨੂੰ ਤੁਹਾਡੇ ਵੱਲੋਂ ਫੜਿਆ ਗਿਆ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਉਹਨਾਂ ਤੇ ਕੀ ਕਾਰਵਾਈ ਜਿਹੜੀ ਕੀਤੀ? ਧਾਰਾਵਾਂ ਲੱਗੀਆਂ ਉਹਨਾਂ ਦੇ ਉੱਤੇ ਬਾਈ ਜੀ ਅਸੀਂ ਪੁਲਿਸ ਦੇ ਹਵਾਲੇ ਕਰਤਾ ਸੀ ਕਿ ਉਹਨਾਂ ਦੇ ਉੱਤੇ ਆ ਵੱਖ-ਵੱਖ ਧਾਰਾਵਾਂ ਲੱਗੀਆਂ ਹੋਈਆਂ, ਜਿਵੇਂ ਕਿ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜੀ 182, 420, 467, 468, 471, 120 ਅਤੇ ਹੋਰ ਵੱਖ-ਵੱਖ ਧਾਰਾਂ ਲੱਗੀਆਂ ਹੋਈਆਂ ਇਹਨਾਂ ਦੇ ਉੱਤੇ। ਅਸੀਂ ਇੱਕ ਚੀਜ਼ ਹੋਰ ਆ ਜੀ, ਦੇਖੋ ਜੀ ਫੈਕਟਰੀ ਵਾਲੇ ਕਿੱਡੀਆਂ ਕੋਝੀਆਂ ਸਾਜ਼ਿਸ਼ਾਂ ਕਰ ਰਹੇ ਨੇਗੇ ਕਿ 13 ਮਹੀਨੇ ਤੋਂ ਫੈਕਟਰੀ ਬੰਦ ਆ। ਸਰਕਾਰ ਦੀ ਕੋਈ ਵੀ ਹਾਲੇ ਤੱਕ ਜ਼ਿੰਮੇਵਾਰੀ ਨਹੀਂ। ਜਿਹੜੇ ਬੰਦੇ ਕਿ ਸਰਕਾਰ ਉੱਤੇ ਪੁਲਿਸ ਲੱਗੀ ਹੋਈ ਆ ਜੀ 2 ਨੰਬਰ ਗੇਟ ਤੇ, ਪੁਲਿਸ ਦੀ ਕੀ ਡਿਊਟੀ ਨਹੀਂ ਬਣਦੀ ਵੀ ਅਸੀਂ ਬੰਦੇ ਦੇਖ ਕੇ ਨਿਗਾਈਏ ਬੰਦੇ ਕਿਹੜੇ ਅੰਦਰ ਜਾ ਰਹੇ ਕਿਹੜੇ ਨਹੀਂ ਆ ਰਹੇ, ਹਨਾ। ਹੁਣ ਦੇਖੋ ਬੰਦੇ ਉੱਥੇ ਅੰਦਰ ਵੜ ਗਏ, ਬੰਦੇ ਅੰਦਰੋਂ ਅਸੀਂ ਕੱਢੇ, ਅਸੀਂ ਫੜਿਆ ਉਹਨਾਂ ਨੂੰ, ਅਸੀਂ ਫੜ ਕੇ ਪੁਲਿਸ ਦੇ ਸਪੁਰਦ ਕੀਤੇ, ਪੁਲਿਸ ਨੇ ਉਹਦੇ ਉੱਤੇ ਕਾਰਵਾਈ ਕੀਤੀ। ਤੇ ਇਹੀ ਕਾਰਵਾਈ ਅਸੀਂ ਕਿ ਸਮਝਦੇ ਹਾਂ ਵੀ ਦੀਪ ਮਲਹੋਤਰੇ ਦੇ ਉਸ ਗਰੁੱਪ ਆਫ ਕੰਪਨੀਆਂ ਤੇ ਮਾਲਬਰੋਸ ਤੇ ਹੋਣੀ ਚਾਹੀਦੀ ਆ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ, ਐਡਵੋਕੇਟ ਜਨਰਲ ਨੇ ਸਾਡੀ ਜਿਹੜੀ ਗੱਲ ਆ ਪੰਜਾਬ ਦੇ ਲੋਕਾਂ ਦੀ ਗੱਲ, ਆਪਣੇ ਲੋਕਾਂ ਦੀ ਗੱਲ ਕੋਰਟ ਦੇ ਵਿੱਚ ਰੱਖਣੀ ਹੁੰਦੀ ਆ। 14 ਤਰੀਕ ਨੂੰ ਡੇਟ ਆ। ਅਸੀਂ ਐਡਵੋਕੇਟ ਜਨਰਲ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਦੇਖਿਓ ਕਿਤੇ ਹੁਣ ਤਰੀਕ ਨਾ ਗਾਂਹ ਪੈਣ ਦਿਓ। ਹੁਣ ਤਾਂ ਤੁਹਾਡੇ ਕੋਲੇ ਸਬੂਤ ਵੀ ਬਹੁਤ ਹੋ ਗਏ ਆ, ਹੁਣ ਉੱਥੇ ਪੱਖ ਰੱਖੋ ਹਾਈ ਕੋਰਟ ਦੇ ਵਿੱਚ, ਉੱਥੇ ਦੱਸੋ ਵੀ ਇਹ ਐਂ ਕਰਕੇ ਫੇਕ ਡਾਕੂਮੈਂਟ ਬਣਾ ਕੇ ਫੇਕ ਜਾਲੀ ਬੰਦੇ ਬਣ ਕੇ ਇਹ ਉੱਥੇ ਮਤਲਬ ਸੈਂਪਲਿੰਗ ਕਰਨ ਜਾ ਰਹੇ ਆ। ਇਹਨਾਂ ਦੇ ਉੱਤੇ ਲਿਖਤੀ ਰੂਪ ਦੇ ਵਿੱਚ ਕਾਰਵਾਈ ਕਰੋ, ਲਿਖਤੀ ਰੂਪ ਦੇ ਵਿੱਚ ਫੈਕਟਰੀ ਬੰਦ ਕਰੋ ਤੇ ਸਾਨੂੰ ਉਹ ਲਿਖਤੀ ਰੂਪ ਦੇ ਵਿੱਚ ਦਿਓ। ਅਸੀਂ 13 ਮਹੀਨਿਆਂ ਤੋਂ ਬੈਠੇ, ਅਸੀਂ ਟੁੱਟ ਕੇ ਘਰਾਂ ਨੂੰ ਜਾਈਏ, ਬਸ ਆਹੀ ਮੰਗ ਹੈ। ਬਿਲਕੁਲ ਇਹ ਸਨ ਜਿਹੜੇ ਆਗੂ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਜਿਹੜੀ ਇਹ ਫੈਕਟਰੀ ਹੈ ਕਰੀਬਨ 13 ਮਹੀਨਿਆਂ ਤੋਂ ਬਾਹਰ ਉਸਦੇ ਧਰਨਾ ਲਗਾ ਕੇ ਬੈਠੇ ਹੋਏ ਹਨ ਅਤੇ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਪ੍ਰੋਟੈਸਟ ਕਰ ਰਹੇ ਹਨ। ਉੱਥੇ ਹੀ ਸਰਕਾਰ ਦੇ ਵੱਲੋਂ ਵੀ ਇਸ ਨੂੰ ਬੰਦ ਕਰਨ ਦੀ ਗੱਲ ਆਖੀ ਗਈ ਹੈ, ਲੇਕਿਨ ਹਾਲੇ ਤੱਕ ਕੋਈ ਵੀ ਲਿਖਤੀ ਆਰਡਰ ਜਾਰੀ ਨਾ ਹੋਣ ਦੇ ਕਰਕੇ ਇਹ ਧਰਨਾ ਪਿਛਲੇ 1 ਸਾਲ ਤੋਂ ਜ਼ਿਆਦਾ ਸਮੇਂ ਦਾ ਚੱਲਦਾ ਆ ਰਿਹਾ ਤੇ ਲੋਕ ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਨੇ ਤੇ ਉਹਨਾਂ ਦੀ ਇੱਕੋ ਹੀ ਇੱਕ ਮੰਗ ਹੈ ਕਿ ਜਿੰਨਾ ਚਿਰ ਇਹ ਫੈਕਟਰੀ ਨੂੰ ਸਰਕਾਰ ਦੇ ਵੱਲੋਂ ਲਿਖਤੀ ਰੂਪ ਦੇ ਵਿੱਚ ਬੰਦ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਇਹ ਧਰਨੇ ਨੂੰ ਜਿਹੜਾ ਖਤਮ ਨਹੀਂ ਕੀਤਾ ਜਾਵੇਗਾ। ਫਿਰੋਜ਼ਪੁਰ ਤੋਂ ਕੈਮਰਾਮੈਨ ਦੇ ਨਾਲ ਅਕਸ਼ੇ ਗਲੋਤਰਾ, ਪੰਜਾਬ ਤੱਕ।